ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਦਰਗਾਹ ਜੀ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸੱਚੇ ਪਾਤਸ਼ਾਹ ਕੁਝ ਸਿੱਖ ਐਸੇ ਨੇ ਜੋ ਸ਼ਬਦ ਦੀ ਗੱਲ ਕਰਦਿਆਂ ਚਰਚਾ ਕਰਦਿਆਂ ਇੱਕੋ ਦਮ ਗੁੱਸੇ ਵਿੱਚ ਆ ਜਾਂਦੇ ਨੇ ਅਤੇ ਕਈ ਵਾਰ ਆਪਸ ਵਿੱਚ ਖਰਵੀ ਰੁੱਖੀ ਅਪਮਾਨਜਨਕ ਸ਼ਬਦਾਵਲੀ ਵਰਤਣ ਵਿੱਚ ਸੰਕੋਚ ਨਹੀਂ ਕਰਦੇ। ਗੁਰੂ ਜੀ ਨੇ ਕਹਿਆ, ਭਾਈ ਦਰਗਾਹ 4 ਤਰ੍ਹਾਂ ਦੀ ਚਰਚਾ ਹੈ। 2 ਤਰ੍ਹਾਂ ਦੀ ਚਰਚਾ ਸਿੱਖ ਨੇ ਕਰਨੀ ਹੈ, ਦੂਜੀ 2 ਤਰ੍ਹਾਂ ਦੀ ਚਰਚਾ ਦੇ ਸਿੱਖ ਨੇ ਜ਼ਿੰਦਗੀ ਵਿੱਚ ਭੁੱਲ ਕੇ ਵੀ ਨੇੜੇ ਨਹੀਂ ਜਾਣਾ। ਭਾਈ ਦਰਗਾਹ ਪੁੱਛਦੇ ਨੇ, ਗੁਰੂ ਜੀ ਸਾਨੂੰ ਕਿਰਪਾ ਕਰਕੇ ਦੱਸੋ ਉਹ 4 ਤਰ੍ਹਾਂ ਦੀ ਚਰਚਾ ਕਿਹੜੀ ਹੈ। ਸਤਿਗੁਰੂ ਜੀ ਉੱਤਰ ਬਖਸ਼ਦੇ ਨੇ, ਪਹਿਲੀ ਹੈ ਵਾਦ, ਦੂਸਰੀ ਹੈ ਹੇਤ, ਤੀਸਰੀ ਹੈ ਜਲਪ ਅਤੇ ਚੌਥੀ ਹੈ ਵਿਤੰਡਾ। ਵਾਦ ਔਰ ਹੇਤ ਚਰਚਾ ਇਹ ਸਿੱਖ ਜ਼ਿੰਦਗੀ ਵਿੱਚ ਰੋਜ਼ਾਨਾ ਅਪਣਾਏ, ਪਰ ਜਲਪ ਔਰ ਵਿਤੰਡਾ ਇਹ ਸਿੱਖ ਕਦੇ ਨਾ ਅਪਣਾਏ। ਭਾਈ ਦਰਗਾਹ ਜੀ ਨੇ ਇਸ ਦਾ ਖੁਲਾਸਾ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਕਿਰਪਾ ਕਰਦੇ ਹਨ। ਵਾਦ ਚਰਚਾ ਇਹ ਹੈ, ਇੱਕ ਸਿੱਖ ਗੁਰਬਾਣੀ ਦਾ ਪਾਠ ਕਰਦਾ ਹੈ ਅਤੇ ਉਸ ਨੂੰ ਕੋਈ ਤੁਕ ਜਾਂ ਕੋਈ ਪੰਕਤੀ ਦੇ ਅਰਥ ਦੀ ਸਮਝ ਨਾ ਆਵੇ, ਉਹ ਉਸ ਨੂੰ ਨੋਟ ਕਰ ਲਵੇ। ਜਦੋਂ ਕੋਈ ਆਪਣੇ ਤੋਂ ਜ਼ਿਆਦਾ ਸੂਝਵਾਨ ਗੁਰਸਿੱਖ ਮਿਲੇ ਅਤੇ ਉਸ ਤੋਂ ਆਦਰ ਸਹਿਤ ਸ਼ਬਦ ਜਾਂ ਤੁਕ ਦੀ ਵਿਆਖਿਆ ਕਰਨ ਦੀ ਯਾਚਨਾ ਕਰੇ, ਨਾ ਕਿ ਉਸ ਦੀ ਨੌਲੇਜ, ਉਸ ਦਾ ਗਿਆਨ ਪਰਖਣ ਵਾਸਤੇ। ਦੂਸਰੀ ਹੇਤ ਚਰਚਾ ਇਹ ਹੈ, 2 ਸਿੱਖ ਇਕੱਠੇ ਹੋ ਕੇ ਬਾਣੀ ਦਾ ਪਾਠ ਕਰਦੇ ਨੇ। ਜਿੱਥੇ ਇੱਕ ਨੂੰ ਸਮਝ ਨਾ ਪਵੇ ਉੱਥੇ ਦੂਜਾ ਦੱਸੇ, ਭਾਵ ਆਪਣੇ ਆਪਣੇ ਗਿਆਨ ਦਾ ਆਦਾਨ ਪ੍ਰਦਾਨ ਕਰਨ। ਇਸ ਨਾਲ ਦੋਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਫਿਰ ਗੁਰੂ ਜੀ ਨੇ ਉਦਾਹਰਣ ਦਿੱਤੀ, ਜਿਸ ਤਰ੍ਹਾਂ ਇਕੱਲਾ ਦੀਵਾ ਬਲਦਾ ਹੋਵੇ ਉਹ ਚਾਰੇ ਪਾਸੇ ਰੋਸ਼ਨੀ ਦੇਵੇਗਾ, ਪਰ ਉਸ ਦੇ ਆਪਣੇ ਥੱਲੇ ਹਨੇਰਾ ਹੀ ਰਹੇਗਾ। ਪਰ ਜੇ ਉਸ ਦੇ ਲਾਗੇ ਇੱਕ ਹੋਰ ਦੀਵਾ ਬਾਲ ਕੇ ਰੱਖ ਦਿੱਤਾ ਜਾਵੇ ਤੇ ਦੋਨੋਂ ਦੀਵੇ ਇੱਕ ਦੂਸਰੇ ਦਾ ਹਨੇਰਾ ਦੂਰ ਕਰਨਗੇ। ਤੀਸਰੀ ਚਰਚਾ ਹੈ ਜਲਪ। ਇਹ ਹੈ ਆਪਣੀ ਗੱਲ ਨੂੰ ਸਿੱਧ ਕਰਨ ਲਈ ਪ੍ਰਮਾਣ ਦੇਈ ਜਾਣੇ, ਦੂਜੇ ਦੀ ਗੱਲ ਨੂੰ ਖੰਡਨ ਕਰੀ ਜਾਣਾ, ਪ੍ਰਮਾਣ ਦੇ ਦੇ ਕੇ ਦੂਜੇ ਦੀ ਹੇਠੀ ਕਰੀ ਜਾਣੀ, ਮਜ਼ਾਕ ਉਡਾਉਣਾ, ਮਤਲਬ ਦੂਜੇ ਨੂੰ ਨੀਵਾਂ ਦਿਖਾਉਣਾ ਅਤੇ ਆਪਣੇ ਗਿਆਨ ਦਾ ਪ੍ਰਗਟਾਵਾ ਕਰਨਾ। ਚੌਥੀ ਚਰਚਾ ਵਿਤੰਡਾ। ਉਹ ਚਰਚਾ ਹੈ ਕਿ ਸਮਝ ਕੋਈ ਨਹੀਂ, ਗਿਆਨ ਕੋਈ ਨਹੀਂ, ਬੰਦਾ ਝਗੜਾਲੂ ਬਿਰਤੀ ਨਾਲ ਦੂਸਰੇ ਦੀ ਗੱਲ ਨੂੰ ਕੱਟੀ ਜਾਵੇ। ਗੁਰੂ ਜੀ ਕਹਿੰਦੇ ਨੇ, ਵਿਤੰਡਾਵਾਦੀ ਚਰਚਾ ਗੁਰੂ ਘਰ ਪ੍ਰਵਾਨ ਨਹੀਂ। ਚਲੋ ਆਪਾਂ ਵੀ ਪੜ੍ਹਨ ਕਰੀਏ। ਆਪਾਂ ਆਪਣੀ ਜ਼ਿੰਦਗੀ ਵਿੱਚ ਵਾਦ ਚਰਚਾ ਅਤੇ ਹੇਤ ਚਰਚਾ ਹੀ ਅਪਣਾਈਏ। ਜੇ ਤੁਹਾਨੂੰ ਕਥਾ ਚੰਗੀ ਲੱਗੀ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ। ਹੌਸਲਾ ਵਧਾਉਣ ਵਾਸਤੇ ਲਾਈਕ, ਸ਼ੇਅਰ ਅਤੇ ਕਮੈਂਟ ਵੀ ਕਰ ਦੇਣਾ ਜੀ। ਕਥਾ ਸੁਣਾਉਂਦਿਆਂ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।